ਹੈਲੋ ਸਟੂਡੈਂਟਸ, ਸੋ ਪਾਰਟ 3 ਤੇ ਆ ਗਏ ਜੀ ਆਪਾਂ ਤੁਹਾਡੇ ਕੋਲ। ਸੋ ਪਾਰਟ 3 ਦੇ ਵਿੱਚ ਦੇਖੀਏ ਜੀ ਕੀ ਕੁਐਸਚਨ ਨੇ। 17 ਕੁਐਸਚਨਸ ਆਪਾਂ ਕਰ ਚੁੱਕੇ ਹਾਂ ਤੇ 40 ਕੁਐਸਚਨ ਜੇ ਆਪਾਂ ਟੋਟਲ ਕਰ ਲਈਏ ਤਾਂ ਆਪਣੇ ਫੁੱਲ ਮਾਰਕਸ ਆ ਜਾਣਗੇ ਤੇ ਸਾਰੇ ਕੁਐਸਚਨ ਇਹਨਾਂ ਦੇ ਵਿੱਚੋਂ ਹੀ ਆਉਣੇ ਨੇ। ਤਾਂ ਚੱਲੀਏ ਜੀ ਆਪਾਂ ਅੱਗੇ ਤੁਹਾਡੇ ਕੋਲ। ਠੀਕ ਹੈ ਜੀ। ਇਹ ਪਹਿਲੇ ਨੰਬਰ ਤੇ ਕਹਿੰਦਾ ਤਾਰਾ ਮੰਡਲ ਕੀ ਹੈ। ਤਾਰਾ ਮੰਡਲ ਤਾਰਿਆਂ ਦਾ ਉਹ ਸਮੂਹ ਹੈ ਜੋ ਰੈਕੋਗਨਾਈਜ਼ੇਬਲ ਸ਼ੇਪਸ ਬਣਾਉਂਦਾ। ਰੈਕੋਗਨਾਈਜ਼ੇਬਲ ਸ਼ੇਪਸ ਮੈਨੇ ਕਿ ਉਹ ਪਹਿਚਾਣ ਹੋਣ ਵਾਲੀਆਂ ਸ਼ਕਲਾਂ ਬਣਾਉਂਦੇ ਨੇ। ਤਾਰਿਆਂ ਦਾ ਉਹ ਸਮੂਹ ਤੁਹਾਡੇ ਕੋਲ। ਠੀਕ ਹੈ। ਗਿਣੇ ਚੁਣੇ ਤਾਰੇ ਹੁੰਦੇ ਜੀ। ਤਾਰਿਆਂ ਦਾ ਉਹ ਸਮੂਹ ਹੁੰਦਾ ਹੈਗਾ ਤੁਹਾਡੇ ਕੋਲ ਜਿਹੜਾ ਹੈ ਰੈਕੋਗਨਾਈਜ਼ੇਬਲ ਸ਼ੇਪਸ, ਪਛਾਣਨਯੋਗ ਸ਼ਕਲਾਂ ਬਣਾਉਂਦੇ ਨੇ। ਸੋ ਇਹ ਤੁਸੀਂ ਯਾਦ ਕਰ ਲੈਣਾ। ਤੇ ਜੇ ਤੁਸੀਂ ਕੋ ਤਾਰਾ ਮੰਡਲਾਂ ਦੇ ਨਾਂ ਲਿਖੋ, ਆ ਯਾਦ ਕਰ ਲੈਣਾ। ਇੱਕ ਸਪਤਰਿਸ਼ੀ ਹੈ, ਇੱਕ ਓਰੀਆਨ ਹੈ। ਹੁਣ ਆ ਗਿਆ ਆਪਾਂ ਪਿਕਚਰ ਬਣਾਉਣੀ ਹੈ। ਤਾਂ ਤੁਹਾਡੀ ਬੁੱਕ 'ਚ ਬਣੀ ਹੋਈ ਹੈ। ਮੈਂ ਇੱਕ ਰਫ ਜੀ ਡਾਇਗਰਾਮ ਬਣਾ ਦਿੰਦਾ ਵਾ ਤੁਹਾਡੇ ਕੋਲ। ਠੀਕ ਹੈ ਜੀ। ਸੋ ਇੱਕ ਲਾਈਨ ਆਪਾਂ ਸਪਤਰਿਸ਼ੀ ਦਾ ਮਤਲਬ ਹੈ ਕਿ 7 ਤਾਰੇ ਨੇ। ਠੀਕ ਹੈ। ਸੋ ਪਹਿਲਾ ਹੋ ਗਿਆ, ਦੂਜਾ ਹੋ ਗਿਆ, ਤੀਜਾ ਉਰੇ ਚੌਥਾ ਹੋ ਗਿਆ। ਠੀਕ ਹੈ ਜੀ। ਉਰੋਂ ਇਸ ਤਰਫ ਜਾਂਦਾ ਇਹ ਤੁਹਾਡੇ ਕੋਲ, ਫਿਰ ਇੱਥੇ ਹੁੰਦਾ, ਇੱਥੋਂ ਇਸ ਤਰਫ ਜਾਂਦਾ ਜੀ ਤੁਹਾਡੇ ਕੋਲ। ਠੀਕ ਹੈ ਜੀ। ਫਿਰ ਇਸ ਤਰਫ, ਫਿਰ ਇਹ ਹੈ। ਤਾਂ ਇਦਾਂ ਦਾ ਸਪਤਰਿਸ਼ੀ 1 2 3 4 5 6 7। ਸੋ ਆ ਤੁਹਾਡਾ ਸਪਤਰਿਸ਼ੀ ਬਣ ਗਿਆ। ਠੀਕ ਹੈ। ਇਹ ਸਪਤਰਿਸ਼ੀ ਦੀ ਫੋਟੋ ਬਣ ਗਈ। ਉਸ ਤੋਂ ਬਾਅਦ ਜਿਹੜਾ ਹੈਗਾ ਓਰੀਆਨ ਹੈਗਾ। ਇਹ ਤਾਂ ਓਰੀਆਨ ਵੀ ਕੁਝ ਇਸੇ ਤਰ੍ਹਾਂ ਦਾ ਹੈਗਾ ਤੁਹਾਡੇ ਕੋਲ। ਉਹਦੀ ਥੋੜੀ ਸ਼ਕਲ ਚੇਂਜ ਕਰਕੇ ਬਣਾ ਦਿੰਦੇ ਆ। ਤੁਸੀਂ ਬੁੱਕ 'ਚ ਦੇਖ ਲਿਓ, ਮੈਂ ਇੱਕ ਰਫ ਜਿਹੀ ਸ਼ਕਲ ਬਣਾ ਰਿਹਾ ਹਾਂ, ਬਟ ਰਫ ਵੀ ਰੈਕੋਗਨਾਈਜ਼ੇਬਲ ਹੋ ਜਾਂਦੀ, ਐਸੀ ਕੋਈ ਚੱਕਰ ਨਹੀਂ ਗੀ ਤੁਹਾਡੇ ਕੋਲ। ਸੋ ਓਰੀਆਨ ਲਈ ਤੁਸੀਂ ਇੱਕ ਉਰੇ ਪੁਆਇੰਟ ਲੈ ਲਿਆ, ਉਹਨੂੰ ਇਸ ਨਾਲ ਜੁਆਇਨ ਕਰ ਲਿਆ, ਇਸ ਤੋਂ ਥੋੜਾ ਜਿਹਾ ਨੀਚੇ ਲੈ ਲਿਆ ਤੁਹਾਡੇ ਕੋਲ। ਠੀਕ ਹੈ ਜੀ। ਫਿਰ ਇੱਥੇ ਆ ਗਏ ਤੁਹਾਡੇ ਕੋਲ। ਫਿਰ ਇਸ ਲਾਈਨ 'ਚ 3 ਨੇ, ਫਿਰ ਇਹ ਇਸ ਨਾਲ ਜੁਆਇਨ ਹੋ ਗਿਆ। ਫਿਰ ਇੱਕ ਨੀਚੇ ਆ ਗਿਆ, ਫਿਰ ਇੱਕ ਨੀਚੇ ਆ ਗਿਆ, ਇਹ ਉਰੇ ਜੁਆਇਨ ਹੋਇਆ ਹੈ। ਫਿਰ 2 ਆ ਹੋ ਗਏ। ਸੋ ਰਫਲੀ ਕੁਛ ਏਦਾਂ ਦੀ ਸ਼ੇਪ ਹੈਗੀ ਹੈ ਤੁਹਾਡੇ ਕੋਲ ਓਰੀਆਨ ਦੀ। ਸੋ ਜਾਂ ਤਾਰਾ ਮੰਡਲ ਜਾਂ 2 ਤਾਰਾ ਮੰਡਲ ਬਣਾਉਣੇ। ਇੱਕ ਕੁਐਸਚਨ ਲਾਜ਼ਮੀ ਪੇਪਰ 'ਚ ਆਉਣਾ ਹੈਗਾ। ਤਾਜ ਮਹਿਲ ਦੀ ਸੁੰਦਰਤਾ ਨੂੰ ਸੰਕਟ। ਤਾਜ ਮਹਿਲ ਦੇ ਆਸੇ-ਪਾਸੇ ਜਿਹੜੀਆਂ ਹੈਗੀਆਂ ਫੈਕਟਰੀਆਂ ਹੈ ਤਾਂ ਮੇਨਲੀ ਐਸਿਡ ਰੇਨ ਜਿਹੜੀ ਹੈਗੀ ਹੈ ਨਾ, ਜਿਹਨੂੰ ਅਸੀਂ ਤੇਜ਼ਾਬੀ ਵਰਖਾ ਕਹਿੰਦੇ ਆ, ਤਾਂ ਸਭ ਤੋਂ ਵੱਡੀ ਪ੍ਰੋਬਲਮ ਇਹਦੇ ਲਈ ਤੇਜ਼ਾਬੀ ਵਰਖਾ ਹੈ। ਤੇਜ਼ਾਬੀ ਵਰਖਾ ਹੈ। ਔਰ ਤੇਜ਼ਾਬੀ ਵਰਖਾ ਨਾਲ ਕੀ ਹੋ ਰਿਹਾ, ਇਹਦਾ ਤਾਂ ਇੱਕ ਤਾਂ ਜਿਹੜਾ ਸੰਗਮਰਮਰ ਹੈ, ਜਿਹਨੂੰ ਅਸੀਂ ਮਾਰਬਲ ਕਹਿੰਦੇ ਆ, ਮਾਰਬਲ ਜਿਹੜਾ ਹੈ ਉਹ ਖੁਰ ਰਿਹਾ, ਮਾਰਬਲ ਖੁਰ ਰਿਹਾ ਹੈ ਤੁਹਾਡੇ ਕੋਲ। ਠੀਕ ਹੈ ਜੀ। ਦੂਸਰਾ ਉਹਦਾ ਜਿਹੜਾ ਰੰਗ ਹੈ, ਉਹ ਰੰਗ ਪੀਲਾ ਪੈ ਰਿਹਾ ਤੁਹਾਡੇ ਕੋਲ, ਪੀਲਾ ਪੈ ਰਿਹਾ। ਤਾਂ ਰੰਗ ਵੀ ਪੀਲਾ ਪੈ ਰਿਹਾ ਤੇ ਮਾਰਬਲ ਖੁੱਲ ਰਿਹਾ ਹੈ ਤੁਹਾਡੇ ਕੋਲ। ਸੰਗਮਰਮਰ ਕੈਂਸਰ ਕਹਿੰਦੇ ਇਹਨੂੰ। ਤੇ ਇਹ ਦੋਨੋਂ ਚੀਜ਼ਾਂ ਹੈ ਤੇ ਕਾਰਨ ਇਹਦਾ ਤੇਜ਼ਾਬੀ ਵਰਖਾ ਹੈਗਾ। ਸੁਪਰੀਮ ਕੋਰਟ ਨੇ ਵੈਸੇ ਕਿਹਾ ਹੈ ਕਿ ਮਥੁਰਾ ਆਇਲ ਰਿਫਾਈਨਰੀ ਤੇ ਆਸੇ-ਪਾਸੇ ਜਿਹੜੀਆਂ ਹੈਗੀਆਂ ਫੈਕਟਰੀਆਂ ਜਾਂ ਤਾਂ ਪ੍ਰਦੂਸ਼ਣ ਘੱਟ ਕਰੋ ਜਾਂ ਉਹਨਾਂ ਨੂੰ ਬੰਦ ਕਰੋ, ਬਟ ਸਟਿਲ ਇਦਾਂ ਦਾ ਹਜੇ ਕੋਈ ਜਿਹੜਾ ਚੱਲ ਰਿਹਾ ਵੀ ਤੁਹਾਡੇ ਕੋਲ ਬੰਦ ਕਰਨ ਦੇ ਬਾਵਜੂਦ ਵੀ ਪ੍ਰਦੂਸ਼ਣ ਹੈਗਾ, ਚਾਹੇ ਉਹ ਵਹੀਕਲਸ ਦਾ ਹੀ ਹੋਵੇ। ਠੀਕ ਹੈ। ਹੁਣ ਜਿਹੜਾ ਹੈਗਾ ਤੁਹਾਡੇ ਕੋਲ ਹਰਾ ਗ੍ਰਹਿ ਪ੍ਰਭਾਵ ਸਮਝਾਓ ਤੁਹਾਡੇ ਕੋਲ। ਠੀਕ ਹੈ ਜੀ। ਹਰਾ ਗ੍ਰਹਿ ਪ੍ਰਭਾਵ ਕੀ ਹੁੰਦਾ ਨਾ ਵੀ ਜਿਵੇਂ ਤੁਹਾਡੀ ਅਰਥ ਹੈ, ਅਰਥ ਧਰਤੀ ਤੁਹਾਡੇ ਕੋਲ, ਇਹ ਸਾਰਾ ਦਿਨ ਸੂਰਜ ਦੀਆਂ ਕਿਰਨਾਂ ਸੋਖਦੀ ਰਹਿੰਦੀ ਹੈ। ਤਾਂ ਆਹ ਕਿਰਨ ਆਈ, ਆਹ ਕਿਰਨ ਆਈ, ਇਹਨਾਂ ਨੂੰ ਸੋਖਦੀ ਰਹਿੰਦੀ ਹੈ ਤੁਹਾਡੇ ਪਾਸ। ਠੀਕ ਹੈ। ਹੁਣ ਤੁਸੀਂ ਕਿਰਨਾਂ ਸੂਰਜ ਦੀਆਂ ਹੀਟ ਹੈ, ਇਨਫਰਾਰੈਡ ਪਾਰਟ ਹੈ, ਤੁਸੀਂ ਸੋਖਦੇ ਤਾਂ ਤੁਹਾਡੀ ਧਰਤੀ ਗਰਮ ਹੋਗੀ ਤੁਹਾਡੇ ਪਾਸ। ਠੀਕ ਹੈ। ਧਰਤੀ ਗਰਮ ਹੋਗੀ ਔਰ ਰਾਤ ਨੂੰ ਤੁਸੀਂ ਇਹ ਛੱਡਣੀਆਂ ਸ਼ੁਰੂ ਕਰ ਦਿੰਦੇ ਹੋ ਤੁਹਾਡੇ ਪਾਸ। ਠੀਕ ਹੈ। ਤੁਸੀਂ ਵਾਪਸ ਛੱਡਣੀਆਂ ਸ਼ੁਰੂ ਕਰ ਦਿੰਦੇ ਹੋ ਐਟਮੋਸਫੀਅਰ 'ਚ। ਅਬ ਐਟਮੋਸਫੀਅਰ 'ਚ ਕੀ ਹੁੰਦਾ, ਤੁਸੀਂ ਵਾਪਸ ਛੱਡਣੀਆਂ ਤਾਂ ਕਰ ਦਿੰਦੇ ਹੋ ਤੁਹਾਡੇ ਕੋਲ ਸ਼ੁਰੂ, ਪਰ ਜਦੋਂ ਵਾਪਸ ਛੱਡੇ ਦਿਨ ਵੇਲੇ ਅਬਜ਼ੌਰਬ ਕੀਤੀਆਂ ਨੇ ਤਾਂ ਕੁਛ ਪਾਰਟ ਅਬਜ਼ੌਰਬ ਰਹਿ ਗਿਆ, ਬਾਕੀ ਇਹਨੇ ਛੱਡਣਾ। ਹੁਣ ਜਿਹੜਾ ਛੱਡਿਆ ਹੋਇਆ ਪਾਰਟ ਹੈਗਾ ਤੁਹਾਡੇ ਪਾਸ, ਉਹਨੂੰ ਨਾ ਕਾਰਬਨ ਡਾਈਆਕਸਾਈਡ ਦੇ ਕਲਾਊਡਸ ਰੋਕ ਲੈਂਦੇ ਆ। ਮਤਲਬ ਜਿਹੜੀ ਤੁਹਾਡੀ ਕਾਰਬਨ ਡਾਈਆਕਸਾਈਡ ਹੈਗੀ ਹੈ ਤੁਹਾਡੇ ਕੋਲ ਐਟਮੋਸਫੀਅਰ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਇੱਕ ਪਰਤ ਬਣ ਜਾਂਦੀ ਹੈ ਤੁਹਾਡੇ ਕੋਲ, CO2 ਦੀ ਪਰਤ, ਉਹ ਇਹਨਾਂ ਨੂੰ ਵਾਪਸ ਜਾਣ ਤੋਂ ਰੋਕ ਦਿੰਦੀ ਹੈ, ਜਿਹਦੇ ਨਾਲ ਧਰਤੀ ਤੁਹਾਡੇ ਕੋਲ ਗਰਮ ਹੋ ਰਹੀ ਹੈ, ਧਰਤੀ ਤੁਹਾਡੇ ਕੋਲ ਗਰਮ ਹੋ ਰਹੀ ਹੈ। ਠੀਕ ਹੈ ਜੀ। ਇਸ ਨੂੰ ਅਸੀਂ ਹਰਾ ਗ੍ਰਹਿ ਪ੍ਰਭਾਵ ਕਹਿੰਦੇ ਹਾਂ। ਬੜੀ ਸੌਖੇ ਜਿਹੇ ਸ਼ਬਦਾਂ ਵਿੱਚ ਜਿਹੜਾ ਹੈਗਾ, ਜੇ ਤੁਹਾਨੂੰ ਕਰਵਾਇਆ ਹੋਇਆ ਤਾਂ ਠੀਕ ਹੈ, ਨਹੀਂ ਤਾਂ 241 ਪੇਜ ਹੈ ਬੁੱਕ ਦਾ ਤੁਹਾਡੇ ਕੋਲ, ਉੱਥੇ ਦੇਖ ਲੈਣਾ, ਤੁਹਾਨੂੰ ਪੂਰੀ ਡਿਟੇਲ 'ਚ ਮਿਲ ਜਾਏਗਾ ਤੁਹਾਡੇ ਕੋਲ।
ਹੁਣ ਸ਼ੁੱਧ ਹਵਾ ਤੇ ਪ੍ਰਦੂਸ਼ਿਤ ਹਵਾ ਦੇ ਵਿੱਚ ਕੀ ਅੰਤਰ ਹੈਗਾ? ਸਿੰਪਲ ਜੀ ਗੱਲ ਹੈ, ਸ਼ੁੱਧ ਹਵਾ ਪੂਰੀ ਸਾਫ਼ ਹੁੰਦੀ ਹੈ ਜੀ ਤੁਹਾਡੇ ਕੋਲ, ਠੀਕ ਹੈ, ਇਹਦੇ 'ਚ ਨਾ ਡਸਟ ਹੁੰਦੀ ਹੈ ਨਾ ਧੂੰਆਂ ਹੁੰਦਾ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਪ੍ਰਦੂਸ਼ਿਤ ਹਵਾ ਦੇ ਵਿੱਚ ਕੀ ਹੁੰਦਾ? ਪ੍ਰਦੂਸ਼ਿਤ ਧੂੰਆਂ ਹੁੰਦਾ ਤੁਹਾਡੇ ਕੋਲ, ਡਸਟ ਹੈਗੀ ਹੈ ਤੁਹਾਡੇ ਕੋਲ, ਠੀਕ ਹੈ, ਮੈਟਲਸ ਦੇ ਪਾਰਟੀਕਲਸ ਹੁੰਦੇ ਨੇ, ਬਹੁਤ ਕੁਝ ਹੁੰਦਾ ਹੈ ਤੁਹਾਡੇ ਕੋਲ, ਠੀਕ ਹੈ ਜੀ। ਸੋ ਇਹ ਤੁਸੀਂ ਆਪਣੀ ਬੁੱਕ 'ਚੋਂ ਦੇਖ ਲੈਣਾ, ਤੁਹਾਨੂੰ ਲਿਖਾਇਆ ਹੋਏਗਾ। ਸਾਫ਼ ਅਤੇ ਪਾਰਦਰਸ਼ੀ ਪਾਣੀ ਹਮੇਸ਼ਾ ਪੀਣ ਯੋਗ ਹੁੰਦਾ ਹੈ, ਤਾਂ ਇਹਦਾ ਆਨਸਰ ਵੀ ਨਹੀਂ ਹੋਏਗਾ, ਕਾਰਨ ਇਸ ਵਿੱਚ ਬੈਕਟੀਰੀਆ ਹੋ ਸਕਦੇ ਆ, ਬੈਕਟੀਰੀਆ, ਇਹ ਜਿਹੜੇ ਨੁਕਸਾਨ ਕਰਨ ਵਾਲੇ ਇਹ ਬੈਕਟੀਰੀਆ ਹੋ ਸਕਦੇ ਆ ਜਿਹੜੇ ਸਾਨੂੰ ਨੁਕਸਾਨ ਕਰ ਸਕਦੇ ਆ। ਸੋ ਇਸ ਕਰਕੇ ਜਿਹੜਾ ਸਾਫ਼ ਤੇ ਪਾਰਦਰਸ਼ੀ ਪਾਣੀ ਹੈ, ਜ਼ਰੂਰੀ ਨਹੀਂਗਾ ਕਿ ਹਮੇਸ਼ਾ ਪੀਣ ਯੋਗ ਹੋਵੇ, ਠੀਕ ਹੈ ਜੀ। ਸੋ ਇੱਕ ਕੁਐਸਚਨ ਹੋਰ ਦੇਖ ਲਓ ਜੀ, ਮੈਂ ਲਿਖਿਆ ਨਹੀਂਗਾ ਤੁਹਾਡੇ ਪਾਸ, ਪਰ ਆਪਾਂ ਲਿਖ ਲੈਂਦੇ ਹਾਂ ਹੁਣ। ਇੱਕ ਥਰਮੋਪਲਾਸਟਿਕ ਹੁੰਦਾ ਹੈਗਾ, ਇੱਕ ਥਰਮੋਸੈਟਿੰਗ ਹੁੰਦਾ, ਇੱਕ ਥਰਮੋਪਲਾਸਟਿਕ ਹੁੰਦਾ ਹੈਗਾ ਤੁਹਾਡੇ ਕੋਲ, ਇੱਕ ਥਰਮੋਸੈਟਿੰਗ ਪਲਾਸਟਿਕ ਹੁੰਦਾ ਹੈ, ਤੇ ਇਹਦੇ ਵਿੱਚ ਫਰਕ ਲਾਜ਼ਮੀ ਆਣਾ ਹੈ। तो ਥਰਮੋਸੈਟਿੰਗ ਥਰਮੋਪਲਾਸਟਿਕ ਹੈ ਨਾ, ਪਿਘਲ ਜਾਂਦਾ ਹੈ, ਇਹ ਪਿਘਲ ਜਾਂਦਾ ਹੈ, ਇਹਦੀ ਰੀਸ਼ੇਪ ਹੋ ਸਕਦੀ ਹੈ। ਰੀਸ਼ੇਪ ਮੈਨੇ ਇਹਨੂੰ ਪਿਘਲਾ ਕੇ ਦੁਬਾਰਾ ਹੋਰ ਆਈਟਮਾਂ ਵਿੱਚ ਬਣਾਇਆ ਜਾ ਸਕਦਾ, ਜਿਵੇਂ PVC ਹੈ, ਪੋਲੀਥੀਨ ਹੈ, ਠੀਕ ਹੈ, ਪੋਲੀਥੀਨ ਤੁਹਾਡੇ ਲਿਫਾਫੇ ਹੁੰਦੇ ਨੇ ਤੁਹਾਡੇ ਕੋਲ, ਠੀਕ ਹੈ, ਉਹ ਇਹ ਸਾਰੇ ਪਿਘਲਾ ਕੇ ਦੁਬਾਰਾ ਸ਼ੇਪ ਕੀਤੀ ਜਾ ਸਕਦੀ ਹੈ। ਸੋ ਥਰਮੋਪਲਾਸਟਿਕ ਜਿਹੜਾ ਪਿਘਲ ਜਾਂਦਾ ਹੈ ਤੇ ਉਹਨੂੰ ਰੀਸ਼ੇਪ ਦੁਬਾਰਾ ਕਿਸੇ ਹੋਰ ਸ਼ਕਲ ਵਿੱਚ ਆਪਾਂ ਬਦਲ ਸਕਦੇ ਹਾਂ, ਪਰ ਜਿਹੜਾ ਥਰਮੋਸੈਟਿੰਗ ਪਲਾਸਟਿਕ ਹੈ, ਇਹਦੀ ਇਹ ਰੀਸ਼ੇਪ ਨਹੀਂ ਹੋ ਸਕਦਾ, ਪਿਘਲ ਕੇ ਸ਼ਕਲ ਨਹੀਂ ਬਦਲੀ ਜਾ ਸਕਦੀ, ਪਿਘਲ ਕੇ ਸ਼ਕਲ ਨਹੀਂ ਬਦਲੀ ਜਾ ਸਕਦੀ, ਨਹੀਂ ਬਦਲੀ ਜਾ ਸਕਦੀ। ਤਾਂ ਇਹਦੇ ਵਿੱਚ ਬੈਕੇਲਾਈਟ ਆਉਂਦਾ, ਬੈਕਾਲਾਈਟ ਜਾਂ ਮੈਲਾਮਾਈਨ ਆਉਂਦਾ। ਬੈਕਾਲਾਈਟ ਦੇ ਸੁੱਚ ਵਗੈਰਾ ਬਣਦੇ ਨੇ, ਮੈਲਾਮਾਈਨ ਦੇ ਜਿਹੜਾ ਫਾਇਰ ਫਾਈਟਰਸ ਹੁੰਦੇ ਨੇ, ਉਹ ਆਪਣਾ ਕੱਪੜਾ ਹੁੰਦਾ ਜਿਹੜਾ ਉਹ ਮੈਲਾਮਾਈਨ ਦਾ ਬਣਦਾ। ਸੋ ਜਿਹੜਾ ਪਲਾਸਟਿਕ ਬਾਰ-ਬਾਰ ਪਿਘਲਾ ਕੇ ਅਲੱਗ-ਅਲੱਗ ਸ਼ੇਪਾਂ 'ਚ ਬਦਲਿਆ ਜਾ ਸਕੇ, ਉਸਨੂੰ ਥਰਮੋਪਲਾਸਟਿਕ ਕਹਿੰਦੇ ਆ। ਜਿਹਨੂੰ ਪਿਘਲਾ ਕੇ ਸ਼ਕਲ ਨਹੀਂ ਬਦਲੀ ਜਾ ਸਕਦੀ, ਉਹਦੀ ਕੇਵਲ ਟੁੱਟੂਗਾ ਹੀ, ਉਸਨੂੰ ਅਸੀਂ ਥਰਮੋਸੈਟਿੰਗ ਪਲਾਸਟਿਕ ਕਹਿੰਦੇ ਆ। ਸੋ ਦੋਨਾਂ ਦਾ ਯੂਜ਼ ਸਾਨੂੰ ਪਤਾ ਲੱਗ ਗਿਆ ਜੀ ਤੁਹਾਡੇ ਪਾਸ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈ ਇਹ 24 ਕੁਐਸਚਨ ਹੋ ਗਏ ਜੀ, ਮੈਂ ਥਰਮੋਪਲਾਸਟਿਕ ਵਾਲਾ 24 ਤੇ ਕਰਤਾ, ਤੇ ਜਿਹੜਾ 25 ਨੰਬਰ ਕੁਐਸਚਨ ਹੈਗਾ ਇਹ ਤੁਹਾਡੇ ਕੋਲ ਉਹ ਹੈਗਾ ਵੀ ਹੁਣ ਪਲਾਸਟਿਕ ਨੂੰ ਭੰਡਾਰਨ ਲਈ ਯੂਜ਼ ਆਪਾਂ ਕਰਦੇ ਹਾਂ, ਠੀਕ ਹੈ, ਪਲਾਸਟਿਕ ਨੂੰ ਭੰਡਾਰਨ ਲਈ ਯੂਜ਼ ਕਰਦੇ ਹਾਂ, ਪਲਾਸਟਿਕ ਨੂੰ ਭੰਡਾਰਨ ਲਈ ਵਰਤਦੇ ਹਾਂ, ਚੀਜ਼ਾਂ ਸਟੋਰ ਕਰਨ ਲਈ ਭੰਡਾਰਨ ਲਈ ਵਰਤਦੇ ਹਾਂ। तो ਇਹਦਾ ਕਾਰਨ ਕੀ ਹੈ? तो ਕਾਰਨ ਕੀ ਹੈ? ਪਹਿਲੀ ਚੀਜ਼ ਇਹ ਹਲਕਾ ਹੈ, ਦੂਜੀ ਚੀਜ਼ ਇਹ ਸਸਤਾ ਹੈ, ਤੀਜੀ ਚੀਜ਼ ਇਹਨੂੰ ਜੰਗਾਲ ਨਹੀਂ ਲੱਗਦੀ। ਸੋ ਇਹਨਾਂ ਕਾਰਨਾਂ ਕਰਕੇ ਪਲਾਸਟਿਕ ਨੂੰ ਤੁਹਾਡੇ ਕੋਲ ਭੰਡਾਰਨ ਲਈ ਵਰਤਿਆ ਜਾਂਦਾ। ਹਲਕਾ ਹੈ, ਸਸਤਾ ਹੈ, ਜੰਗਾਲ ਨਹੀਂ ਲੱਗਦੀ, ਹੋਰ ਬੰਦੇ ਨੂੰ ਕੀ ਚਾਹੀਦਾ, ਠੀਕ ਹੈ ਜੀ। ਸੋ 25 ਕੁਐਸਚਨ ਹੋ ਗਏ ਜੀ। ਸੋ ਅੱਛੇ ਲੱਗੇ ਤਾਂ ਸ਼ੇਅਰ ਕਰ ਦਿਓ, ਅੱਛੇ ਤਾਂ ਦੇਖੋ ਹੁਣ ਲੱਗਣੇ ਚਾਹੀਦੇ, ਹੁਣ ਤਾਂ ਪੱਕਾ ਪੇਪਰ ਹੀ ਆ ਗਿਆ ਤੁਹਾਡੇ ਕੋਲ, ਠੀਕ ਹੈ। ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹਲੇ ਤੱਕ ਕਰ ਦਿਓ। 25 ਹੋ ਗਏ ਜੀ, ਵੱਧ ਤੋਂ ਵੱਧ 40 15 ਕੁਐਸਚਨ ਰਹਿ ਗਏ, ਠੀਕ ਹੈ ਜੀ। ਥੈਂਕ ਯੂ।